ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਆਪ ਜੀ ਸਾਰੇ ਠੀਕ ਠਾਕ ਹੋਵੋਗੇ। ਆਪਣੀ ਇਹ ਗੁਰਬਾਣੀ ਦੀ ਵਿਚਾਰ ਜਿਹੜੀ ਹੈ ਇਹ ਗੁਰਬਾਣੀ ਅਤੇ ਪਾਠ ਜਾਂ ਪਾਠ ਨੂੰ ਗੁਰਬਾਣੀ ਵਿੱਚ ਕੀ ਥਾਂ ਦਿੱਤੀ ਗਈ ਹੈ ਉਸ ਮੁਤਲਕ ਚੱਲ ਰਹੀ ਹੈ। ਆਪਾਂ ਕਾਫੀ ਲੰਮੇ ਸਮੇਂ ਤੋਂ ਇਹ ਚੀਜ਼ ਖੋਲਦੇ ਆ ਰਹੇ ਹਾਂ ਔਰ ਡੇ ਬਾਈ ਡੇ ਆਪਣੇ ਗਿਆਨ ਚੋਂ, ਬ੍ਰਹਮ ਗਿਆਨ ਚੋਂ ਅਸੀਂ ਰੋਜ਼ ਨਵੀਂ ਚੀਜ਼ ਜਿਹੜੀ ਆ ਉਹ ਸਿੱਖ ਰਹੇ ਹਾਂ ਔਰ ਇਹ ਸਿਰਫ ਲਫ਼ਜ਼ਾਂ ਨੂੰ ਜਿਹੜਾ ਸਮਝਣਾ ਹੈ, ਅਸੀਂ ਗੁਰਬਾਣੀ ਚ ਆਏ ਹੋਏ ਲਫ਼ਜ਼ਾਂ ਨੂੰ ਸਮਝਣਾ ਹੈ। ਜੇਕਰ ਉਸ ਚੀਜ਼ ਨੂੰ ਸਮਾਂ ਦੇਵਾਂਗੇ, ਬੜੇ ਠਰਮੇ ਨਾਲ, ਬੜੇ ਸਹਿਜ ਦੇ ਨਾਲ ਆਪਾਂ ਸੁਣਾਂਗੇ ਉਸ ਚੀਜ਼ ਨੂੰ, ਤਾਂ ਇਹ ਜਿਹੜੀ ਹੈ ਸਾਡੇ ਅੱਗੇ ਗੁਰਬਾਣੀ ਖੁੱਲਦੀ ਜਾਏਗੀ। ਇਸੇ ਕਰਕੇ ਆਪਾਂ ਜ਼ੋਰ ਦੇ ਕੇ ਕਹੀਦਾ ਕਿ ਗੁਰਬਾਣੀ ਨੂੰ ਬਿਲਕੁਲ ਧਿਆਨ ਦੇ ਨਾਲ ਲਫ਼ਜ਼ਾਂ ਨੂੰ ਸੁਣਨਾ, ਜਿਹੜੇ ਤੁਸੀਂ ਆਪ ਪੜ੍ਹ ਰਹੇ ਹੋ। ਮੈਂ ਇਹ ਜਿਹੜਾ ਆਪਾਂ ਵਿਚਾਰ ਕਰ ਰਹੇ ਇਹਦੀ ਗੱਲ ਨਹੀਂ ਕਰ ਰਿਹਾ। ਜਦੋਂ ਤੁਸੀਂ ਆਪ ਪਾਠ ਕਰਦੇ ਹੋ, ਜਦੋਂ ਤੁਸੀਂ ਆਪ ਗੁਰਬਾਣੀ ਪੜ੍ਹਦੇ ਹੋ, ਉਹਨਾਂ ਨੂੰ, ਲਫ਼ਜ਼ਾਂ ਨੂੰ ਆਪ ਆਪਣੇ ਜ਼ਿਹਨ ਦੇ ਵਿੱਚ ਰੱਖਣਾ ਔਰ ਖੋਲਣ ਦੀ ਕੋਸ਼ਿਸ਼ ਕਰਨੀ ਹੈ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਜਿਹੜੇ ਲਫ਼ਜ਼ ਦਿੱਤੇ ਨੇ, ਉਹ ਕੀ ਕਾਰਨ ਹੋ ਸਕਦਾ ਵੀ ਇਦਾਂ ਲਿਖਿਆ, ਇਹ ਇਦਾਂ ਕਿਉਂ ਲਿਖਿਆ। ਸੋ ਇਹੀ ਆਪਾਂ ਖੋਲਣ ਦੀ ਕੋਸ਼ਿਸ਼ ਕਰਨੀ ਹੈ। ਵਿਸ਼ਾ ਬੜਾ ਗਹਿਰ ਗੰਭੀਰ ਹੈ ਔਰ ਇਹ ਜੋ ਪੁਜਾਰੀਵਾਦ ਦਾ ਸਿਸਟਮ ਸਾਡੇ ਚ ਘਰ ਕਰ ਗਿਆ, ਇਹ ਸਾਨੂੰ ਹਰ ਪੱਖੋਂ ਅੰਨੇ ਕਰੀ ਜਾ ਰਿਹਾ। ਬੜੇ ਧਿਆਨ ਨਾਲ ਇਸ ਚੀਜ਼ ਨੂੰ ਸਮਝਣਾ, ਕਿਉਂਕਿ ਇਹ ਸਾਡਾ ਰਾਈਟ ਹੈ, ਸਾਡਾ ਹੱਕ ਹੈ ਕਿ ਅਸੀਂ ਆਪਣੇ ਧਾਰਮਿਕ ਅਧਿਐਨ ਦੇ ਮੁਤਲਕ, ਆਪਣੇ ਅਨੁਭਵ ਦੇ ਨਾਲ, ਆਪਣੀ ਸਪਿਰਿਚੁਅਲ ਜਰਨੀ ਹਰ ਗੁਰਸਿੱਖ ਕਰ ਸਕਦਾ ਹੈ ਵੱਖਰੇ ਵੱਖਰੇ ਢੰਗ ਦੇ ਨਾਲ, ਜਿਵੇਂ ਉਹਨੂੰ ਗੁਰਬਾਣੀ ਗਾਈਡ ਕਰਦੀ ਹੈ। ਵੱਖਰਾ ਵੱਖਰਾ ਢੰਗ ਮੈਂ ਤਾਂ ਕਹਿ ਰਿਹਾ ਕਿ ਹਰੇਕ ਦੀ ਆਪਣੀ ਜਰਨੀ ਹੈ, ਹਰੇਕ ਦੀ ਆਪਣੀ ਜਿਹੜੀ ਹੈ ਸੋਝੀ ਕੰਮ ਕਰਦੀ ਹੈ ਔਰ ਇਹ ਨਹੀਂ ਪਤਾ ਵੀ ਗੁਰਬਾਣੀ ਨੇ ਕਦੋਂ ਕਿਸੇ ਹਿਰਦੇ ਦੇ ਅੰਦਰ ਵਸ ਜਾਣਾ ਔਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਣੀ ਹੈ, ਗੁਰਪ੍ਰਸਾਦ ਹੋ ਜਾਣਾ ਔਰ ਉਹਨੂੰ ਇਹ ਸਭ ਤੋਂ ਪਹਿਲਾਂ ਗੁਰਬਾਣੀ ਦਾ ਗਿਆਨ ਜਿਹੜੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਐਨਲਾਈਟਨਡ ਹੋਣਾ, ਉਹ ਹੋ ਜਾਣਾ। ਔਰ ਉਸ ਗੁਰਬਾਣੀ ਦੇ ਗਿਆਨ ਦੇ ਨਾਲ ਜਦੋਂ ਜਿਉਂ-ਜਿਉਂ ਅਭਿਆਸੀ ਉਹਨੂੰ ਅਮਲ ਚ ਲੈ ਕੇ ਆਊ, ਤਿਉਂ-ਤਿਉਂ ਉਸ ਅਭਿਆਸੀ ਦੀ ਜਿਹੜੀ ਹੈ ਆਤਮਿਕ
ਉਸ ਦਾ ਆਤਮਿਕ ਸਫ਼ਰ ਸਫਲ ਹੋਊਗਾ, ਉਸ ਦਾ ਅਧਿਐਨ ਸਫਲ ਹੋਊਗਾ। ਆਪਣੇ ਕੋਲੇ ਆਪਾਂ ਦੱਸਿਆ ਸੀ ਬਈ ਆਪਣੇ ਕੋਲੇ 24-25 ਸ਼ਬਦ ਨੇ, ਉਹਨਾਂ ਦੀ ਲੜੀ ਦੇ ਵਿੱਚ ਆਪਾਂ ਅੱਜ ਦਾ ਸ਼ਬਦ ਵਿਚਾਰ ਰਹੇ ਹਾਂ। ਅੱਜ ਦੇ ਸ਼ਬਦ 'ਚ ਜਿਹੜਾ ਪਾਠ ਦਾ ਲਫ਼ਜ਼ ਆਇਆ ਉਹ ਆ ਹੀ ਰਹਾਉ ਦੀ ਤੁਕ 'ਚ ਗਿਆ। ਰਹਾਉ ਦੀ ਤੁਕ ਦੇ ਵਿੱਚ ਮੈਂ ਹਰ ਹਰ ਨਾਮ ਆਧਾਰ ਰਮਈਆ, ਖਿਨ ਪਲ ਰਹਿ ਨਾ ਸਕੂੰ ਬਿਨ ਨਾਮੈ, ਗੁਰਮੁਖ ਹਰ ਹਰ ਪਾਠ ਪੜ੍ਹਈਆ। ਮੈਂ ਹਰ ਹਰ ਨਾਮ ਆਧਾਰ ਰਮਈਆ। ਆਪਾਂ ਸ਼ਬਦ ਸੁਣਦੇ ਆ ਰਹੇ ਹਾਂ, ਵਿਚਾਰਦੇ ਆ ਰਹੇ ਹਾਂ, ਜਪੋ ਤਾਂ ਇੱਕੋ ਨਾਮਾ, ਅਵਰ ਨਿਰਾ ਫਲ ਕਾਮਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ। ਇੱਥੇ ਕਹਿ ਰਹੇ ਆ ਮੈਂ ਹਰ ਹਰ ਨਾਮ ਆਧਾਰ ਰਮਈਆ। ਮੇਰੇ ਜੀਵਨ ਦੇ ਵਿੱਚ ਜੋ ਮੁੱਢਲਾ, ਜੋ ਮੇਰੇ ਜੀਵਨ ਦਾ ਬੇਸ ਹੈ, ਉਹ ਅਕਾਲ ਪੁਰਖ ਦਾ ਨਾਮ ਹੈ। ਉਹ ਅਕਾਲ ਪੁਰਖ ਜਿਹੜਾ ਸਾਰਿਆਂ 'ਚ ਰਮ ਰਿਹਾ, ਜਿਹੜਾ ਸਾਰਿਆਂ ਦੇ ਵਿੱਚ ਹੈ, ਕਿਤੇ ਬਾਹਰ ਲੱਭਣ ਜਾਣ ਦੀ ਲੋੜ ਨਹੀਂ ਹੈ। ਉਹਦੀ ਜੋਤ ਆਲਰੇਡੀ ਸਾਡੇ ਅੰਦਰ ਹੈ। ਸੋ ਮੈਂ ਹਰ ਹਰ ਨਾਮ ਆਧਾਰ ਰਮਈਆ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਇਹ ਸਾਰਾ ਜਿਹੜਾ ਮਨੁੱਖਾ ਜਨਮ ਮਿਲਿਆ ਜਾਂ ਸਰੀਰ ਮਿਲਿਆ, ਇਹਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਲੁਕੀ ਹੋਈ ਹੈ। ਔਰ ਇਹੀ ਧਰਮ ਕਮਾਉਣ ਦੀ ਥਾਂ ਹੈ। ਸਰੀਰ, ਮਨੁੱਖਾ ਜਨਮ, ਇਹੀ ਵਾਰੀ ਹੈ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਸੋ ਸਾਡਾ ਜਿਹੜਾ ਸਿਸਟਮ ਹੈ ਇਸ ਵੇਲੇ, ਇਹ ਗੱਲਾਂ ਆਪਾਂ ਬਿਲਕੁਲ ਹੌਲੀ ਹੌਲੀ ਖੋਲਾਂਗੇ। ਜਿਉਂ-ਜਿਉਂ ਸਾਡੇ ਸ਼ਬਦ ਐਕਸਪਲੇਨ ਹੋਈ ਜਾਣਗੇ, ਤਿਉਂ-ਤਿਉਂ ਜਿਹੜਾ ਅਧਿਐਨ ਦਾ, ਧਾਰਮਿਕ ਅਧਿਐਨ ਦਾ ਅਸਰ ਹੈ, ਉਹ ਦਿਖਣਾ ਸ਼ੁਰੂ ਹੋਏਗਾ। ਆਤਮਿਕ ਸਫਲਤਾ ਇਹ ਮਹਿਸੂਸ ਹੋਣੀ ਸ਼ੁਰੂ ਹੋਏਗੀ। ਸਾਨੂੰ ਕੀ ਕੀਤਾ ਜਾ ਰਿਹਾ ਹੈ? ਸਾਨੂੰ ਉਸ ਅਧਿਐਨ ਤੋਂ, ਉਸ ਆਤਮਿਕ ਸਫ਼ਰ ਤੋਂ ਦੂਰ ਕੀਤਾ ਜਾ ਰਿਹਾ। ਨੋ ਡਾਊਟ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਮੈਂ ਸਾਰੇ ਖੁਲਾਸੇ ਜਿਹੜੇ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਰਨੇ। ਦੂਰ ਕੀਤਾ ਜਾ ਰਿਹਾ ਹੈ ਔਰ ਅਸੀਂ ਦੂਰ ਹੋ ਰਹੇ ਹਾਂ। ਅਸੀਂ ਟਪਲੇ ਖਾ ਰਹੇ ਹਾਂ, ਭਰਮਾਂ ਦੇ ਵਿੱਚ ਪੈ ਰਹੇ ਹਾਂ। ਸਾਡੀ ਬੁੱਧੀ ਜਿਹੜੀ ਹੈ ਉਹਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਅਸੀਂ ਇਸ ਗੁਰਬਾਣੀ ਪੜ੍ਹਨ ਤੋਂ ਇਲਾਵਾ ਵੀ ਕੁਝ ਕਰਨਾ। ਗੁਰਬਾਣੀ ਪੜ੍ਹਨ ਤੋਂ ਇਲਾਵਾ ਵੀ ਸਾਨੂੰ ਕੋਈ ਹਦਾਇਤ ਹੈ, ਔਰ ਉਹੀ ਹਦਾਇਤ ਜਿਹੜੀ ਹੈ ਸਭ ਨਾਲੋਂ ਮੁੱਖ ਹੈ। ਇਹ ਸਾਨੂੰ ਸਮਝ ਨਹੀਂ ਆ ਰਹੀ।
गुरु ग्रंथ साहब पोथी पन्ना नंबर 309 310 गुरु रामदास पातशाह बख्शिश कर रहे हैं ज्ञान दी पौड़ी। ये शरीर सब धर्म है जिस अंदर सच्चे की विच जोत, कोई शरीर उस जोत तो सखना नहीं है। होर की है गोहज रतन विच लुके रहे, कोई गुरमुख सेवक कड्डै खोत। ਉਹਦੇ ਵਿੱਚ ਹੀ ਇਹ ਗੋਜ ਰਤਨ ਲੁਕੇ ਪਏ ਆ, ਪਰ ਕੋਈ ਗੁਰਮੁਖ ਸਿਸਟਮ ਦੇ ਵਿੱਚ ਜਿਹੜਾ ਅਭਿਆਸੀ ਚੱਲੇਗਾ, ਉਹ ਗੁਰਮੁਖ ਸਿਸਟਮ ਹੈ ਇੱਕ ਅਕਾਲ ਪੁਰਖ ਦਾ ਨਾਮ ਜਪਣਾ, ਇੱਕ ਅਕਾਲ ਪੁਰਖ ਨੂੰ ਮੰਨਣਾ, ਇੱਕ ਅਕਾਲ ਪੁਰਖ ਨਾਲ ਪ੍ਰਤੀਤ ਭਰੋਸਾ ਔਰ ਇੱਕ ਅਕਾਲ ਪੁਰਖ ਦਾ ਜਾਪ ਕਰਨਾ। ਗੁਰਮੁਖ ਸਿਸਟਮ, ਇਸੇ ਸਿਸਟਮ ਦੇ ਵਿੱਚ ਦਾਖਲ ਹੋ ਕੇ ਐਸ ਭਵਜਲ ਸੰਸਾਰ ਤੋਂ ਤਰਿਆ ਜਾ ਸਕਦਾ। ਇੱਕ ਨੂੰ ਮੰਨਣਾ, ਇੱਕ ਤੇ ਭਰੋਸਾ, ਇੱਕ ਤੋਂ ਦੀਖਿਅਤ ਹੋਣਾ, ਇੱਕ ਦਾ ਜਾਪ। ਦੀਖਿਆ ਲਫ਼ਜ਼ ਗੁਰਬਾਣੀ ਚ ਵਰਤਿਆ ਗਿਆ ਹੈ। ਬੈਪਟਾਈਜ਼ਡ ਹੋਣਾ, ਬੈਪਟਾਈਜ਼ਡ ਹੋਣਾ ਕੀ ਹੈ? ਗੁਰੂ ਨਾਲ ਕਮਿਟਮੈਂਟ। ਥੋੜਾ ਜਿਹਾ ਮੈਂ ਖੁਲਾਸਾ ਇਹਦਾ ਕਰਾਂ ਕਿ ਇਹਨੂੰ ਅਸੀਂ ਬਣਾਤਾ ਅੰਮ੍ਰਿਤ ਛਕਣਾ। ਅੰਮ੍ਰਿਤ ਛਕਣਾ, ਇਹ ਵੀ ਅਸੀਂ ਸ਼ਬਦ ਲੈ ਕੇ ਗੁਰਬਾਣੀ ਚੋਂ ਚੀਜ਼ ਖੋਲਾਂਗੇ ਵੀ ਅੰਮ੍ਰਿਤ ਛਕਣਾ ਕੀ ਹੈ। ਅੰਮ੍ਰਿਤ ਛਕਣਾ ਕੀ ਹੈ? ਅੰਮ੍ਰਿਤ ਛਕਣਾ ਹੀ ਕਮਿਟਮੈਂਟ ਹੈ ਗੁਰੂ ਦੇ ਨਾਲ, ਵੀ ਅੱਜ ਤੋਂ ਮੈਂ ਤੇਰਾ ਹੋਇਆ, ਤੇਰੇ ਸਿਸਟਮ ਦੇ ਅਨੁਸਾਰ ਮੈਂ ਚੱਲੂੰਗਾ। ਪਰ ਉਹ ਜਿਹੜਾ ਡਰ ਭੈ ਹੈ ਉਹ ਸਾਡੇ ਅੰਦਰ ਜਾਗਰਤ ਨਹੀਂ ਹੁੰਦਾ ਕਦੇ। ਅਸੀਂ ਗੁਰੂ ਵਾਲੇ ਬਣ ਕੇ ਵੀ ਭਰਮਾਂ ਦੇ ਵਿੱਚ ਰਹਿੰਦੇ ਹਾਂ, ਇਮਾਨਦਾਰੀ ਨਾਲ ਆਪਣਾ ਜੀਵਨ ਨਹੀਂ ਬਤੀਤ ਕਰਦੇ, ਇਮਾਨਦਾਰੀ ਦੇ ਨਾਲ ਸੁਸਾਇਟੀ 'ਚ ਨਹੀਂ ਰਹਿੰਦੇ। ਇਹ ਕਮਿਟਮੈਂਟ ਕਰਨੀ ਪਊਗੀ। ਗੁਰਸਿੱਖ ਨੂੰ ਗੁਰਸਿੱਖ ਐਸਾ ਬਣਾਇਆ ਬਾਬੇ ਨਾਨਕ ਨੇ, ਬਿਲਕੁਲ ਆਪਣੇ ਵਰਗਾ। ਉਹ ਫਿਰ ਗੁਰਸਿੱਖ ਕਿਸੇ ਕਿਸਮ ਦੇ ਝੂਠ ਤੋਂ ਪਰੇ ਹੋਵੇ, ਹੇਰਾਫੇਰੀ ਤੋਂ ਪਰੇ ਹੋਵੇ। ਬਾਕੀ ਜਿਹੜੀਆਂ ਵੀ ਗੱਲਾਂ ਗੁਰਬਾਣੀ ਦੇ ਅਨੁਕੂਲ ਰੱਦ ਕੀਤੀਆਂ ਗਈਆਂ ਗੁਰਬਾਣੀ 'ਚ, ਉਹ ਗੁਰਸਿੱਖ ਉਹਨਾਂ ਦੇ ਨੇੜੇ ਨਾ ਹੋਵੇ। ਫਿਰ ਇਹ ਹੁੰਦੀ ਹੈ ਕਮਿਟਮੈਂਟ, ਕਿ ਪੂਰੀ ਤਰ੍ਹਾਂ ਗੁਰੂ ਨੂੰ ਕਮਿਟਡ ਵੀ ਲੈ, ਵੀ ਮੈਨੂੰ $1,00,000 ਵੀ ਭਾਵੇਂ ਲੱਭ ਜੇ, ਜੇਕਰ ਉਹ ਮੇਰਾ ਨਹੀਂ ਹੈ ਤੇ ਮੈਂ ਚੁੱਕੂੰਗਾ ਨਹੀਂ ਉਹਨੂੰ। ਇੰਨੀ ਕਮਿਟਮੈਂਟ ਹੋਣੀ ਚਾਹੀਦੀ ਹੈ। ਪਰ ਬੜਾ ਮੁਸ਼ਕਿਲ ਹੈ ਇਹ ਇਸ ਚੀਜ਼ ਨੂੰ ਅਮਲ 'ਚ ਲੈ ਕੇ ਆਉਣਾ, ਬਹੁਤ ਮੁਸ਼ਕਿਲ ਆ। ਪਰ ਜਿਹਦੇ ਤੇ ਅਕਾਲ ਪੁਰਖ ਨਜ਼ਰ ਕਰ ਦਿੰਦੇ ਆ, ਜਿਹਦੇ ਤੇ ਗੁਰਪ੍ਰਸਾਦ ਪੈ ਜਾਂਦਾ, ਉਹ ਫਿਰ ਸਕਸੈਸਫੁਲ ਵੀ ਹੁੰਦਾ, ਨੋ ਡਾਊਟ। ਉਹ ਫਿਰ ਮਾਇਆ ਨੂੰ ਨਹੀਂ ਲੱਭਦਾ, ਪੈਸੇ ਨੂੰ ਨਹੀਂ ਲੱਭਦਾ, ਉਹ ਫਿਰ ਉਹਦੇ ਪਿੱਛੇ ਚੱਲਦੀ ਆ। ਸੋ ਅੱਜ ਦਾ ਸ਼ਬਦ ਆਪਾਂ ਸ਼ੁਰੂ ਕਰ ਰਹੇ ਹਾਂ, ਮੈਂ ਹਰ ਹਰ ਨਾਮ ਆਧਾਰ ਰਮਈਆ। ਮੇਰੀ ਲਾਈਫ ਦਾ ਆਸਰਾ ਹੀ ਨਾਮ ਅਭਿਆਸ ਹੈ। ਰੈਪੀਟੀਸ਼ਨ ਆਫ ਨਾਮ ਐਸ ਰਸਨਾ ਦੇ ਨਾਲ, ਉਹੀ ਮੇਰੀ ਜ਼ਿੰਦਗੀ ਦਾ ਆਸਰਾ ਹੈ। ਹੇ ਵਾਹਿਗੁਰੂ, ਮੈਂ ਇੱਕ ਪਲ ਵੀ ਨਾਮ ਬਿਨਾ ਨਹੀਂ ਰਹਿ ਸਕਦਾ। ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ। ਇਹ ਵੀ ਮਹੱਲੇ ਚੌਥੇ ਦੀ ਬਾਣੀ ਹੈ। ਔਰ ਜਿਹੜਾ ਆਪਾਂ ਅੱਜ ਸ਼ਬਦ ਪੜ੍ਹ ਰਹੇ ਹਾਂ, ਇਹ ਵੀ ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆਂ ਘਰ 11ਵਾਂ, ਪੋਥੀ ਪੰਨਾ ਨੰਬਰ 833। ਮੈਂ ਹਰ ਹਰ ਨਾਮ ਆਧਾਰ ਰਮਈਆ। ਉਹੀ ਮਹੱਲਾ 668 ਪੰਨੇ ਤੇ ਕਹਿ ਰਿਹਾ ਹੈ ਕਿ ਹਰ ਬਿਨ
रह ना सकूं एक राती, मैं नाम तो बिना एक रत्ती भर भी रह नहीं सकता, रत्ती भर भी। ज्यों बिन अमलै अमली मर जाई है, त्यों हर बिन हम मर जाती। जिवें बिना अमल तो अमली ਜਿਹੜਾ ਉਹ ਮਰਨ ਨੂੰ ਫਿਰਦਾ, ਉਸੇ ਤਰ੍ਹਾਂ ਮੈਂ ਵੀ ਇਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾ ਮਰਨ ਨੂੰ ਹੋ ਜਾਣਾ, ਮਰਨ ਨੂੰ ਫਿਰਦਾ, ਮਰਨ ਨੂੰ ਜਿਹੜੀ ਹੈ ਉਹ ਸਿਚੁਏਸ਼ਨ ਬਣ ਜਾਂਦੀ ਹੈ। ਕਿੰਨਾ ਪਿਆਰ, ਕਿੰਨੀ ਓਨੈਸਟੀ ਹੈ ਔਰ ਕਿੰਨੀ ਕਮਿਟਮੈਂਟ ਹੈ, ਔਰ ਇੱਕ ਸ਼ਬਦ ਦਾ ਅਭਿਆਸ ਹੈ। ਇਹ ਹੈ ਗੁਰਮੁਖ ਸਿਸਟਮ। ਇੱਥੋਂ ਗੱਲਾਂ ਕੱਢਣੀਆਂ ਆਪਾਂ। ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਆ ਗਿਆ ਇਸ ਸਿਸਟਮ ਦੇ ਵਿੱਚ ਇੱਕ ਨੂੰ ਮੰਨਣਾ, ਇੱਕ ਤੇ ਭਰੋਸਾ, ਇੱਕ ਨਾਲ ਕਮਿਟਮੈਂਟ ਔਰ ਇੱਕ ਦਾ ਜਾਪ। ਸੋ ਇਹ ਰਹਾਓ ਹੈ ਕਿ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾ ਮੇਰਾ ਕੋਈ ਜੀਵਨ ਨਹੀਂ। ਨਾਮ ਅਭਿਆਸ ਹੀ ਮੇਰੀ ਜ਼ਿੰਦਗੀ ਦਾ ਆਸਰਾ ਹੈ। ਮੈਂ ਇੱਕ ਪਲ ਵੀ ਇਸ ਨਾਮ ਤੋਂ ਬਿਨਾ ਨਹੀਂ ਰਹਿ ਸਕਦਾ। ਇਸ ਕਰਕੇ ਗੁਰਮੁਖ ਸਿਸਟਮ ਦੇ ਥਰੂ ਹੋ ਕੇ ਮੈਂ ਕੇਵਲ ਨਾਮ ਹੀ ਜਪਦਾ ਹਾਂ। ਖਿਨ ਪਲ ਰਹਿ ਨਾ ਸਕੂੰ ਬਿਨ ਨਾਵੇਂ, ਗੁਰਮੁਖੇ ਹਰ ਹਰ ਪਾਠ ਪੜ੍ਹਈਆ। ਇਹ ਹੈ ਰੈਪੀਟੀਸ਼ਨ। ਜੇਕਰ ਪਾਠ ਨੂੰ ਆਪਾਂ ਲਫ਼ਜ਼ ਨੂੰ ਖੋਲਦੇ ਆ ਰਹੇ ਹਾਂ ਤੇ ਅੱਜ ਸਿੱਧ ਹੋ ਗਿਆ ਵੀ ਪਾਠ ਜਿਹੜਾ ਹੈ ਉਹ ਨਾਮ ਜਪਣਾ ਹੀ ਹੈ। ਗੁਰਬਾਣੀ ਪੜ੍ਹਨੀ, ਰੀਡ ਕਰਨੀ, ਇਹ ਇੱਕ ਅਧਿਐਨ ਹੈ, ਇੱਕ ਐਜੂਕੇਸ਼ਨ ਹੈ। ਉਹਨੂੰ ਪੜ੍ਹ ਕੇ ਜੇ ਇੱਕ ਵਾਰੀ ਸਮਝ ਨਹੀਂ ਆਇਆ, ਫਿਰ ਨਾਮ ਅਭਿਆਸ ਕਰੋ ਥੋੜਾ ਚਿਰ, ਫਿਰ ਉਹਨੂੰ ਪੜ੍ਹਨਾ ਸ਼ੁਰੂ ਕਰੋ, ਐਜੂਕੇਟ ਹੋਵੋ, ਡਿਕਸ਼ਨਰੀਆਂ ਫੋਲੋ ਕਰੋ, ਪੰਜਾਬੀ ਦੇ ਲਫ਼ਜ਼ਾਂ ਦੇ ਅਰਥ ਸਮਝੋ। ਗੁਰਮੁਖੇ ਹਰ ਹਰ ਪਾਠ ਪੜ੍ਹਈਆ। ਉਸ ਗੁਰਮੁਖ ਸਿਸਟਮ ਦੇ ਜ਼ਰੀਏ ਮੈਂ ਇਹੋ ਨਾਮ ਜਪਣ ਦਾ ਪਾਠ ਪੜ੍ਹਦਾ ਹਾਂ। ਇਹ ਹੈ ਸ਼ਬਦ ਦਾ ਰਹਾਓ। ਖਿਨ ਪਲ ਰਹਿ ਨਾ ਸਕੂੰ ਬਿਨ ਨਾਵੇਂ, ਗੁਰਮੁਖ ਹਰ ਹਰ ਪਾਠ ਪੜ੍ਹਈਆ। ਇਹੋ ਹੀ ਮੁਹੱਲਾ ਫਿਰ ਪੰਨਾ ਨੰਬਰ 711 ਤੇ ਕਹਿ ਰਹੇ ਹੈ, ਹਰ ਬਿਨ ਰਹਿ ਨਾ ਸਕੇ ਮਨ ਮੇਰਾ, ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ, ਬਹੁਰ ਨ ਭਵ ਜਲ ਫੇਰਾ। ਅਕਾਲ ਪੁਰਖ ਵਾਹਿਗੁਰੂ ਜਿਸ ਬੰਦੇ ਨੂੰ ਇੰਨਾ ਉੱਤਮ ਨਾਮ ਔਰ ਇੰਨੇ ਉੱਤਮ ਗੁਰੂ ਨਾਲ ਮਿਲਾ ਦਿੰਦਾ ਹੈ, ਉਸ ਨੂੰ ਸੰਸਾਰ ਸਮੁੰਦਰ ਵਿੱਚ ਦੁਬਾਰਾ ਨਹੀਂ ਆਉਣਾ ਪੈਂਦਾ। ਉਹ ਮੁਕਤ ਹੋ ਜਾਂਦਾ ਹੈ। ਔਰ ਇਹ ਮੁਕਤੀ ਜਿਹੜੀ ਹੈ, ਇਹ ਹਿੰਦੂਇਜ਼ਮ ਦੇ ਵਿੱਚ ਹੈ ਕਿ ਮਰਨ ਤੋਂ ਬਾਅਦ ਮੁਕਤੀ ਮਿਲਣੀ ਹੈ। ਇਹੋ ਫਰਕ ਸੀਗਾ। ਬਾਕੀ ਬੇਸਿਕ ਗੱਲਾਂ ਜਿਹੜੀਆਂ ਭਾਵੇਂ ਰਲ ਮਿਲ ਜਾਣਗੀਆਂ, ਲੇਕਿਨ ਫਰਕ ਕਿੱਥੇ ਆਇਆ? ਸਾਡੇ ਬਾਬੇ ਨਾਨਕ ਨੇ ਸਾਨੂੰ ਐਜੂਕੇਟ ਕੀਤਾ ਕਿ ਜੀਵਨ ਮੁਕਤ ਦਾ ਕਨਸੈਪਟ ਦਿੱਤਾ ਕਿ ਜੀਂਦੇ ਜੀ ਐਸ ਭਵਜਲ ਤੋਂ ਮੁਕਤ ਹੋਣਾ, ਜੀਂਦੇ ਜੀ ਐਸ ਭਵਜਲ ਤੋਂ ਤਰਨਾ। ਬੇਣੀ ਕਹੈ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਭਗਤ ਬੇਣੀ ਜੀ ਦਾ ਸ਼ਬਦ ਹੈ ਪੰਨਾ ਨੰਬਰ 93 ਤੇ ਸ੍ਰੀ ਰਾਗ ਦੇ ਵਿੱਚ।
बेणी कहे सुनो रे भगतो, मरण मुक्त किन पाई। ਉਹ ਮਰਨ ਤੋਂ ਬਾਅਦ ਕਿੰਨੇ ਮੁਕਤੀ ਪਾਈ ਹੈ। ਜਿਉਂਦੇ ਜੀ ਕਿਸੇ ਵੇਲੇ ਵੀ ਵਿਕਾਰਾਂ ਤੋਂ, ਵਿਚਾਰਾਂ ਤੋਂ, ਮਾਇਆ ਤੋਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮੁਕਤ ਨਾ ਹੋਇਆ। ਜੇ ਇਹ ਜਿਉਂਦਿਆਂ ਜੀ ਨਾ ਹੋਇਆ ਤਾਂ ਮਰਨ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ। ਜੀਵਨ ਵਾਰੀ ਜਿਹੜੀ ਹੈ ਉਹ ਮਿਸ ਕਰ ਲਈ, ਉਹ ਵਾਰੀ ਦਾ ਪੂਰਾ ਫਾਇਦਾ ਨਹੀਂ ਉਠਾਇਆ। ਅਕਾਲ ਪੁਰਖ ਵਾਹਿਗੁਰੂ ਨੇ ਮੌਕਾ ਦਿੱਤਾ ਸੀ, ਭਈ ਪ੍ਰਾਪਤ ਮਾਨੁਖ ਦੇਹੁ ਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰ ਉਹਦਾ ਫਾਇਦਾ ਨਹੀਂ ਚੁੱਕਿਆ। ਇਸ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ, ਮੈਂ ਹਰ ਹਰ ਨਾਮ ਆਧਾਰ ਰਮਈਆ, ਖਿਨ ਪਲ ਰਹਿ ਨਾ ਸਕੂੰ ਬਿਨ ਨਾਵੇਂ, ਗੁਰਮੁਖੇ ਹਰ ਹਰ ਪਾਠ ਪੜਈਆ। ਪਾਠ ਕਰਨਾ ਹੈ ਅਸੀਂ, ਕੌਣ ਕਹਿੰਦਾ ਪਾਠ ਨਹੀਂ ਕਰਨਾ, ਪਰ ਅਸੀਂ ਉਸ ਅਕਾਲ ਪੁਰਖ ਦੇ ਇੱਕ ਸ਼ਬਦ ਦਾ ਪਾਠ ਕਰਨਾ ਹੈ, ਕੇਵਲ ਨਾਮ ਜਪੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ, ਬਾਕੀ ਸਭ ਭਰਮ ਹੈ। ਜਪੋ ਤਾਂ ਇੱਕੋ ਨਾਮਾ, ਅਵਰ ਨਿਰਾ ਫਲ ਕਾਮਾ, ਹੋਰ ਕਿਸੇ ਕੰਮ ਨੂੰ ਕੋਈ ਫਲ ਨਹੀਂ ਲੱਗਣਾ। ਗੁਰਬਾਣੀ ਨਾਲ ਐਜੂਕੇਟ ਹੋਣਾ, ਮਨ ਨੂੰ ਸਮਝਾਉਣਾ, ਇਹ ਤਾਂ ਪਾਤਸ਼ਾਹ ਨੇ ਸਾਨੂੰ ਗਿਆਨ ਜਿਹੜਾ ਧੁਰੋਂ ਲਾ ਕੇ ਦਿੱਤਾ ਹੈ। ਅੱਗੇ ਚੱਲੀਏ, ਹੁਣ ਆਪਾਂ ਸ਼ਬਦ ਦਾ ਪਹਿਲਾ ਅੰਕ ਸ਼ੁਰੂ ਕਰੀਏ। ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆਂ, ਘਰ 11ਵਾਂ, ਇੱਕ ਓ ਸਤਿ ਗੁਰ ਪ੍ਰਸਾਦ। ਆਪੇ ਆਪ ਖਾਏ ਹੋ ਮੇਟੈ, ਅਨ ਦਿਨ ਹਰ ਰਸ ਗੀਤ ਗਵਈਆ। ਓਏ ਹੋਏ, ਕਿੰਨੀ ਸੋਹਣੀ ਬਾਣੀ। ਮੈਂ ਕਹਿੰਦਾ ਵੀ ਬੰਦਾ ਡੁੱਬਦਾ ਹੀ ਜਾਵੇ ਜੇ ਇੱਕ ਤੇ ਪ੍ਰਤੀਤ ਹੋਵੇ, ਇੱਕ ਤੇ ਭਰੋਸਾ ਹੋਵੇ, ਇੱਕ ਨਾਲ ਕਮਿਟਮੈਂਟ ਹੋਵੇ ਤੇ ਇੱਕ ਦਾ ਜਾਪ ਹੋਵੇ, ਬੰਦਾ ਲੈਂਦਾ ਹੀ ਜਾਵੇ ਇਹਦੇ ਚ। ਇਹ ਇੱਕ ਪ੍ਰੋਸੈਸ ਹੈ, ਦੇਖੋ ਇੱਕ ਪ੍ਰੋਸੈਸ ਹੈ। ਕਹਿੰਦੇ ਰੋਜ਼ ਭਗਤੀ ਕਰਦਿਆਂ, ਰੋਜ਼ ਇੱਕ ਸ਼ਬਦ ਦਾ ਨਾਮ ਅਭਿਆਸ ਕਰਦਿਆਂ, ਨਾਮ ਰਸ ਦੀ ਬਦੌਲਤ ਕੰਪਲੀਟ ਸੈਕਰੀਫਾਈਸ ਵੀ ਕੰਪਲੀਟ ਸਮਰਪਣ, ਜਿਹੜਾ ਪੂਰਾ ਸਮਰਪਣ ਕਰਨ ਤੇ ਹਉਮੈ ਖਤਮ ਹੋ ਜਾਂਦੀ ਹੈ। ਕੇਵਲ ਗੁਰਮੁਖ ਸਿਸਟਮ ਦੇ ਥਰੂ ਹੀ ਮਨ ਦਾ ਪਰਚਾ ਯਾਨੀ ਟਿਕਾ ਅਤੇ ਜਿਹੜੀ ਕਾਇਆ ਹੈ ਉਹ ਸੋਨੇ ਵਰਗੀ ਹੋ ਜਾਂਦੀ ਹੈ। ਭਾਵ ਨਿਰਵਾਣ ਪਦ ਦੀ ਪ੍ਰਾਪਤੀ, ਭਾਵ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਫੇਰ ਸਮਝਿਓ ਇਸ ਗੱਲ ਨੂੰ। ਲਫ਼ਜ਼ ਥੋੜੇ ਜਿਹੇ ਮੁਸ਼ਕਲ ਲੱਗਣੇ ਜਦੋਂ ਆਪਾਂ ਵਿਆਖਿਆ ਕਰਦੇ ਹਾਂ, ਲੇਕਿਨ ਪ੍ਰੇਮ, ਪ੍ਰਤੀਤ, ਭਰੋਸਾ, ਕਮਿਟਮੈਂਟ, ਇੱਕ ਦਾ ਜਾਪ, ਇਸ ਸਭ ਕਾਸੇ ਦੇ ਨਾਲ ਇਹ ਮਨ ਨੂੰ ਆਪਾਂ ਸਮਝਾ ਸਕਦੇ ਹਾਂ ਔਰ ਮਨ ਨੂੰ ਗਿਆਨ ਦਿੱਤਾ ਜਾ ਸਕਦਾ, ਨੋ ਡਾਊਟ। ਆਪੇ ਆਪ ਖਾਏ ਹਉ ਮੇਟੈ, ਅਨ ਦਿਨ ਹਰ ਰਸ ਗੀਤ ਗਵਈਆ। ਹੁਣ ਗੀਤ ਗਾਉਣੇ, ਗਾਵੋ ਰਾਮ ਕੇ ਗੁਣ ਗੀਤ। ਗੀਤ ਗਾਉਣੇ ਵੀ ਨਾਮ ਜਪਣਾ ਹੈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਕਾਰਤ ਕੀਨ। ਗੁਣ ਗਾਉਣਾ ਵੀ ਨਾਮ ਜਪਣਾ ਹੈ। ਇਹ ਚੀਜ਼ਾਂ, ਇਹੋ ਚੀਜ਼ਾਂ ਨੇ ਤੁਹਾਨੂੰ ਐਜੂਕੇਟ ਕਰਨਾ ਜਦੋਂ ਆਪਾਂ ਧਿਆਨ ਦੇ ਨਾਲ ਗੁਰਬਾਣੀ ਨੂੰ ਸਮਾਂ ਦੇ ਕੇ ਔਰ ਬੜੇ ਸਹਿਜ ਦੇ ਨਾਲ ਇਹਨੂੰ ਪੜਾਂਗੇ। ਅਸੀਂ ਕੀ ਕਰਦੇ ਹਾਂ, ਆਪੇ ਆਪ ਖਾਏ ਹਮੇ ਟਾਈਮ ਦਿਨ ਹਰ ਗੀਤ ਗੋਈਆ, ਗੁਰੂ ਪਰਚੇ ਕੰਚਨ ਕਾ ਨਿਰਭਉ ਜੋਤੀ ਜੋਤ ਮਿਲਾਈ। ਆ ਸਪੀਡ ਦੇ ਨਾਲ ਬਾਣੀ ਪੜ੍ਹਦੇ ਤੇ 48 ਘੰਟੇ ਦੇ ਵਿੱਚ ਭੋਗ ਪਾ ਦਿੰਦੇ ਆ। ਭੋਗ ਹੀ ਪਾ, ਵਾਕਈ ਭੋਗ ਪਾ ਦਿੰਦੇ ਆ। ਉਹ ਜੀਵਨ ਪੂਰਾ ਕਾਹਦੇ ਵਾਸਤੇ ਇਹਨਾਂ ਦਿੱਤਾ ਮਨੁੱਖਾ ਜਨਮ। ਇਹਨੂੰ ਰਾਮ ਨਾਲ ਪੜੋ, ਮਨ ਜਦੋਂ ਮਨ ਸਮਝ ਗਿਆ, ਦੇਖੋ ਮਨ ਸਮਝਾਵਣ ਕਾਰਨ ਕੱਛਕ ਪੜੀਏ ਗਿਆਨ। ਉਹ ਥੋੜਾ ਹੀ ਬਹੁਤ ਹੈ, ਇੱਕ ਦਿਨ ਦਾ ਥੋੜਾ ਥੋੜਾ ਪੜ੍ਹ ਕੇ ਥੋੜਾ ਥੋੜਾ ਗ੍ਰੈਬ ਕਰੋ ਆਪਣੇ 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 ਜ਼ਹਿਨ ਦੇ ਵਿੱਚ। ਇਹਨੂੰ ਕਹਿੰਦੇ ਅਧਿਐਨ। ਤੇ ਉਸ ਅਧਿਐਨ ਦੇ ਜ਼ਰੀਏ ਅਨੁਭਵ
शब्द अभ्यास दे नाल असीं करना और होएगा। ऑनेस्टी जे असीं रखांगे होएगा, जे कमिटमेंट होएगी ते होएगा, जे प्रतीत भरोसा एक शब्द दा जाप होएगा ते होएगा अनुभव, क्यों नहीं होएगा। आपे आप खाए आपै, अकाल पुरख दी किरपा दे नाल आपै आप खाए, हौमै खत्म कर दिती, हौं मेटा बिल्कुल सरंडर कर दिता। सरंडर लफ्ज सही है, समर्पण करना, कंप्लीट सरंडर। किदा अन दिन हर रस गीत गवैया, बस इको काम है कि हुण बस अन दिन, आ लफ्ज बड़ा 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 जबरदस्त लफ्ज है। अन दिन, इस चीज नूं समझना है। अन दिन की है, ये अज तई किसे प्रचारक ने नहीं खोलिया। आ सुन लियो, नवीं गल याद रखियो, किसे नाल गल कर लियो। अन दिन कहंदे आ जी 24 घंटे, अठो पैर। कमाल। अन अन की है? अन अन हुंदा दूजा दिन। किन्ने कमाल दी गल है। कमाल दा लफ्ज बाबे नानक जोत ने सानू दिता। अन दिन, दूजा दिन, भाव एवरी डे। आपे आप खाए हो मेटे, अन दिन हर रस गीत गवैया, मतलब अज भी नाम जपदे आ ते कल नूं भी जपना। हिंदी दे विच लफ्ज है अन्या। इत्थे बाबे नानक ने पंजाबी दे अखर दे के लफ्ज बनाया अन दिन, नन्ने नूं औंकड़, कि अज भी जप रहे ते कल भी जपना। ये सारे गुरु ग्रंथ साहब, सारी गुरबाणी च मीनिंग लागू होएगा। अज भी, कल भी, अगले दिन भी, अगले दिन भी। ये रेपिटेशन ऑफ एवरी डे है। वाह गुरु, वाह गुरु, वाह गुरु। जीवत 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 रहो, राम रसायन नित उठ पीवो। नित उठ हेलो। के। किरपा करके म्यूट रखो जी, हले आप बाद दे विच सारे डिस्कशन करांगे, हले म्यूट रखो। जीवत 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 रहो, राम रसायन नित उठ पीवो। कोई दिन नहीं छड्डना, कोई वीकेंड की छुट्टी नहीं है, कोई सैटरडे संडे ऑफ नहीं है। अन दिन, एवरी डे, अज भी ते कल भी। आपे आप खाए हों मेटै, अन दिन हर रस गीत गवैया। सो एक बार फिर मैं रिपीट करदा, एक प्रोसैस दसिया। रोज भगती करदियां, इबादत करदियां, ਜਦੋਂ ਮਨ ਉਸ ਨਾਮ ਦੇ ਰਸ ਵਿੱਚ ਪਹੁੰਚਦਾ ਹੈ ਤੇ ਟੋਟਲੀ ਸਰੈਂਡਰ ਕਰਨ ਉਪਰੰਤ ਹਉਮੈ ਖਤਮ ਹੁੰਦੀ ਹੈ। ਕੇਵਲ ਗੁਰਮੁਖ ਸਿਸਟਮ ਦੇ ਥਰੂ ਹੀ ਮਨ ਦਾ ਪਰਚਾ ਯਾਨੀ ਟਿਕਾ, ਗੁਰਮੁਖ ਪਰਚੈ, ਅੰਦਰੋਂ ਅੰਦਰੋਂ ਅਵਸਥਾ ਹੋਣੀ ਹੈ, ਮਨ ਦਾ ਟਿਕਾ ਹੋਣਾ ਹੈ। ਜਿੱਥੇ ਦੋ ਲਾਵਾਂ ਆ ਗਈਆਂ ਉੱਥੇ ਜਾਂ ਅਕਾਲ ਪੁਰਖ ਦੇ ਬਾਰੇ ਜਾਂ ਅੰਦਰ ਦੀ ਅਵਸਥਾ ਹੋਏਗੀ। ਹਮਾਰੇ ਅੰਦਰ ਹੀ, हमारा यह किरपा कीजै, बाहरों नहीं नजर आएगी, बाहरों प्लेट च पा के नहीं देनी किसी ने। हमारा तां दो लावां लगियां कि अंदरों बख्शिश होनी है, गुरप्रसाद होना। इत्थे आपै आप खाए हों मेटै, दो लावां, अन दिन हर रस गीत गवैया। मन दा परचा यानी टिका। ਆਪਾਂ ਜਵਾਕ ਰੋਂਦਾ, ਆਪਾਂ ਕਹਿੰਦੇ ਨਹੀਂ ਉਹ ਇਹਨੂੰ ਪਰਚਾਓ, ਕੋਈ ਇਹਨੂੰ ਪਤਿਆਓ, ਕੋਈ ਉਹ ਜਦੋਂ ਪਤਿਆ ਲੈਂਦੇ ਚੁੱਪ ਹੋ ਜਾਂਦਾ। ਏਦਾਂ ਮਨ ਟਿਕ ਜਾਂਦਾ, ਮਨ ਦਾ ਜਿਹੜਾ ਰੌਲਾ ਖਤਮ ਹੋ ਜਾਂਦਾ, ਚੁੱਪ ਹੋ ਜਾਂਦਾ ਮਨ। ਹੋਣਾ ਕੇਵਲ ਗੁਰਮੁਖ ਸਿਸਟਮ ਦੇ ਜ਼ਰੀਏ। ਨਿਰਭਉ ਜੋਤੀ ਜੋਤ ਮਿਲਈਆ, ਇਕਾਇਆ ਜਿਹੜੀ ਹੈ ਕੰਚਨ ਹੋ ਜਾਂਦੀ ਹੈ।
ਕਾਇਆ ਕੰਚਨ ਹੋਣ ਤੋਂ ਭਾਵ ਨਿਰਵਾਣ ਪਦ ਦੀ ਪ੍ਰਾਪਤੀ ਹੈ। ਨਿਰਵਾਣ ਪਦ ਹੈ ਉੱਥੇ ਹੈ ਜਿੱਥੇ ਜਾ ਕੇ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ ਔਰ ਇਹ ਅਵਸਥਾ ਜੀਂਦੇ ਜੀ ਆਉਂਦੀ ਹੈ। ਇਹ ਕਿੱਦਾਂ ਹਉਮੈ ਮੇਟ ਲਈ, ਇਹ ਕਿੱਦਾਂ ਮੈਂ ਰੋਜ਼ ਨਾਮ ਰਸ ਦੀ ਪ੍ਰਾਪਤੀ ਕਰਦਾ, ਕਿੱਦਾਂ ਮੈਂ ਮਨ ਨੂੰ ਟਿਕਾ ਦੇ ਵਿੱਚ ਲੈ ਕੇ ਆਇਆ, ਕਿੱਦਾਂ ਮੇਰੀ ਜਿਹੜੀ ਕਾਇਆ ਹੈ ਉਹ ਐਨ ਕੰਚਨ ਵਰਗੀ ਹੋ ਗਈ ਹੈ, ਨਿਰਵਾਣ ਪਦ ਦੀ ਅਵਸਥਾ ਉਹਨੇ ਪ੍ਰਾਪਤ ਕਰ ਲਈ ਹੈ, ਕਿੱਦਾਂ ਮੈਂ ਆਤਮਾ ਉਸ ਪ੍ਰਮਾਤਮਾ ਦੇ ਵਿੱਚ ਜਿਹੜੀ ਜੋਤ ਅੰਦਰ ਸੱਚੇ ਦੀ ਚੱਲ ਰਹੀ ਸੀ ਉਹਨੂੰ ਕਿੱਦਾਂ ਮੈਂ ਉਸ ਪਰਮ ਜੋਤ ਦੇ ਵਿੱਚ ਲੀਨ ਕਰ ਲਿਆ। ਸਿੰਪਲ ਆਓ ਰਹਾਓ ਤੇ ਮੁੜ ਕੇ ਕਹਿੰਦੇ ਮੈਂ ਹਰ ਹਰ ਨਾਮ ਆਧਾਰ ਰਮਈਆ, ਨਾਮ ਤੋਂ ਬਿਨਾ ਨਹੀਂ ਹੋਣਾ। ਔਰ ਅਵਸਥਾ ਦੇਖੋ ਮਹੱਲੇ ਚੌਥੇ ਦੀ, ਕਹਿੰਦੇ ਖਿੰਨ ਪਲ ਰਹਿ ਨਾ ਸਕੋ ਬਿਨ ਨਾਮ ਹੈ, ਉਹ ਨਾਮ ਤੋਂ ਬਿਨਾ ਤੇ ਮੈਂ ਰਹਿ ਹੀ ਨਹੀਂ ਸਕਦਾ। ਗੁਰਮੁਖੇ ਹਰ ਹਰ ਪਾਠ ਪੜਈਆ। ਸੋ ਮੈਂ ਇਸ ਸਿਸਟਮ ਦੇ ਅਧੀਨ ਹੋ ਕੇ ਰੈਪੀਟੀਸ਼ਨ ਆਫ ਵਾਹਿਗੁਰੂ 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 ਵਾਹਿਗੁਰੂ, ਇਹੀ ਮੇਰਾ ਪਾਠ ਹੈ। ਇਹਨੂੰ ਮੈਂ ਆਪਣਾ ਰੋਜ਼ ਦਾ ਨਿਤਨੇਮ ਬਣਾ ਲਿਆ ਔਰ ਇਹੀ ਮੈਂ ਕਰਦਾ। ਅੱਗੇ ਚਲਿए नंबर 2 ਤੇ। एक गिरह 10 द्वार है जाके, है जाके एहनिस तस्कर पंच चोर लगैया। बंदे दा एक शरीर है पर ਉਹਦੇ द्वार 10 ने, रात दिन ਜਿਹੜੇ 5 ਚੋਰ ਹੈ ਇਹਨੂੰ ਬੁਰੀ ਤਰ੍ਹਾਂ ਲੁੱਟ ਰਹੇ ਆ। ਇੱਕ ਗਿਰੋ, ਇੱਕ ਸ਼ਰੀਰ ਹੈ, ਉਹਦੇ 10 ਦੁਆਰੇ ਨੇ, ਰਾਤ ਦਿਨ 5 ਚੋਰ ਇਸ ਨੂੰ ਬੁਰੀ ਤਰ੍ਹਾਂ ਲੁੱਟ ਰਹੇ ਨੇ। ਧਰਮ ਅਰਥ ਸਭ ਹਿਰ ਲੈ ਜਾਵੇ, ਧਰਮ ਦੇ ਮੰਮੇ ਨੂੰ ਔਂਕੜ ਹੈ। ਇਹ ਕੀ ਹੈ? ਇਹ ਹੈ ਬੰਦਗੀ ਵਾਲੀ ਜ਼ਿੰਦਗੀ। ਭਾਵੇਂ ਤੁਸੀਂ ਬੰਦਗੀ ਕਰ ਵੀ ਰਹੇ ਹੋ ਉਹ ਵੀ ਘਟਦੀ ਜਾਏਗੀ ਜੇ ਅਸੂਲ ਨਹੀਂ ਹੈ, ਅਮਲ ਨਹੀਂ ਹੈ। ਜੇ ਦੁਬਾਰਾ ਮਾਇਆ ਦੇ ਚੱਕਰ ਦੇ ਵਿੱਚ ਆ ਕੇ ਬੇਈਮਾਨੀ ਕਰਨੀ ਹੈ ਆਪਣੇ ਨਾਲ ਵੀ, ਗੁਰੂ ਨਾਲ ਵੀ, ਜੱਗ ਨਾਲ ਵੀ, ਪਰਿਵਾਰ ਨਾਲ ਵੀ। ਸੋ ਧਰਮ ਦੇ ਮੰਮੇ ਨੂੰ ਔਂਕੜ ਹੈ, ਇਹਦਾ ਮਤਲਬ ਹੈ ਬੰਦਗੀ ਵਾਲੀ ਜ਼ਿੰਦਗੀ। ਅੱਗੇ ਚਲੋ। ਅਰਥ ਥੱਥੇ ਨੂੰ ਔਂਕੜ ਹੈ। ਅਰਥ ਦਾ ਮਤਲਬ ਹੁੰਦਾ ਹੈ ਧਨ, ਆਰਥਿਕ ਵਿਵਸਥਾ, ਇਕਨੋਮਿਕਸ, ਅਰਥ ਸ਼ਾਸਤਰ। ਧਰਮ ਅਰਥ, ਅਰਥ ਕੀ ਹੈ? ਅਰਥ ਹੈ, ਅਰਥ ਦੇ ਥੱਥੇ ਨੂੰ ਔਂਕੜ ਆ ਗਿਆ, ਇਹਦਾ ਮਤਲਬ ਹੈ ਨਾਮ ਧਨ। ਸਿੰਪਲ। ਇੱਕ ਇੱਕ ਚੀਜ਼ ਇਉਂ ਖੁੱਲੇਗੀ ਜਿਵੇਂ ਜਿਵੇਂ ਪਰਤਾਂ ਉਂਗਲ ਲਾਏ ਤੇ ਖੁੱਲ ਜਾਂਦੀਆਂ ਨੇ। ਇੱਕ ਫੁੱਲ ਹੁੰਦਾ, ਉਹਨੂੰ ਥੋੜਾ ਜਿਹਾ ਟੱਚ ਕਰੋ, ਉਹਦੀਆਂ ਉਹ ਪੱਤੀ ਪੱਤੀ ਹੋ ਜਾਂਦਾ। ਉਹਦੇ ਅੰਦਰੋਂ ਫਿਰ ਉਹ ਜਿਹੜੀ ਉਹਦਾ ਜਿਹੜਾ ਧੁਰਾ ਹੁੰਦਾ ਅੰਦਰ, ਉਹ ਨਜ਼ਰ ਆਉਣਾ ਸ਼ੁਰੂ ਹੁੰਦਾ। ਏਦਾਂ ਗੁਰਬਾਣੀ ਨਾਲ ਪ੍ਰੇਮ, ਪ੍ਰਤੀਤ, ਭਰੋਸਾ, ਅਕਾਲ ਪੁਰਖ ਨਾਲ ਕਮਿਟਮੈਂਟ ਔਰ ਇੱਕ ਅਕਾਲ ਪੁਰਖ ਦਾ ਜਾਪ, ਕੱਲਾ ਕੱਲਾ ਅੱਖਰ ਜਿਹੜਾ ਖੁੱਲਣਾ ਸ਼ੁਰੂ ਹੋ ਜੂ। ਧਰਮ, ਧਰਮ ਦੇ ਮੰਮੇ ਨੂੰ ਔਂਕੜ ਹੈ, ਇਹ ਹੈ ਨਾਮ ਧਨ। ਅਰਥ, ਅਰਥ ਦਾ ਥੱਥੇ ਨੂੰ ਔਂਕੜ ਹੈ, ਇਹ ਹੈ ਸੌਰੀ, ਧਰਮ ਦੇ ਮੰਮੇ ਨੂੰ ਔਂਕੜ ਹੈ, ਇਹ ਹੈ ਬੰਦਗੀ ਵਾਲਾ ਜੀਵਨ। ਧਰਮ ਬੰਦਗੀ ਵਾਲਾ ਜੀਵਨ। ਅਰਥ ਥੱਥੇ ਨੂੰ ਔਂਕੜ ਹੈ, ਨਾਮ ਧਨ ਸਭ ਹਿਰਲੇ ਜਾਵੇ, ਮਨਮੁਖ ਅੰਧਲੇ ਖਬਰ ਨਾ ਪਈਆ। 5 ਚੋਰ ਬੰਦੇ ਦੀਆਂ ਧਾਰਮਿਕ ਜੀਵਨ ਦੀਆਂ ਸਭ ਚੰਗਿਆਈਆਂ, ਸਾਰੇ ਗੁਣ, ਸਾਰੀਆਂ ਮੈਰਿਟਸ ਲੁੱਟ ਕੇ ਲੈ ਜਾਂਦੇ ਆ, ਚੋਰੀ ਕਰਕੇ ਲੈ ਜਾਂਦੇ ਆ। ਪਰ ਉਹ ਮਨਮੁਖ ਅੰਨੇ ਨੂੰ ਖਬਰ ਹੀ ਨਹੀਂ ਲੱਗਦੀ।
धर्म अर्थ सब हिरले जावे, मनमुख अंधले खबर न पईया। एक गिरहो 10 द्वार है जाके, एनस तस्कर पंच चोर लगईया। ये जिहड़ा मन है जिन्हें विचारां दे अधीन हो के नठना, ये इउं है जिवें मंजे थले कुक्कड़ है। ऐसी शिटी लैके इन्नी फुर्ती नाल बहना है बंदे ने, चारों पासे ਉਹ शिटी घुमाउणी है भी कुक्कड़ किसे बंदे निकल ना सके। धर्म अर्थ सब हिरले जावे, मनमुख अंधले खबर ना पईया। पर ये पंज चोर सारा कुछ लुटी जा रहे ने अंदरों, ते मनमुख अन्ने नूं खबर नहीं पैंदी। हुण किद्दां इस ग्रह नूं बचाईए, किद्दां पता लगे भी 10 द्वार ने, 9 प्रगट ने, एक गुप्त है। किद्दां पता लगे भी एन तस्कर पंच चोर लगईया। दिन रात वो पंज चोर साडे अंदरों साडियां चंगियाइयां गुण लुटी जा रहे हैं, साडा नाम धन भी लुटी जा रहे हैं, साडा बंदगी वाला जीवन भी खराब कर रहे हैं। और सानू उन्होंने अन्या कीता होया, सानू मनमुख बनाया होया उन्होंने, क्योंकि साडी कमाई नहीं हो रही। किदा बची है तो मैं हर हर नाम आधार रमैया, खिन पल रह न सकूं बिन नामे, गुरमुख हर हर पाठ पढ़ैया। ये नितनेम करना पऊ और ये अन दिन करना पऊ, अज भी ते कल भी, हर पल करना पऊ। थोड़ी मेहनत है लेकिन इनू रंग लगता, बहुत जल्दी रंग लगता है। होर अगे चलिए। कंचन कोट बहु मानक भरिया, जाके ज्ञान तत् लिव लईया। हुण नाम अभ्यासी का जिहड़ा शरीर है वो एन कंचन वर्गा हो जाता है, भाव बुराइयां तो मुक्त हो जाता है, ते अंतरमुखी नाम रूपी मानकां दे नाल, हीरियां दे नाल, मोतियां दे नाल भरिया हुंदा। अध्यात्मक ज्ञान मन नूं माया चों कढ के अकाल पुरख वाहिगुरु दे नाल जोड़न दा काम करदा, प्रभु नाल जोड़न दा काम करदा है। कंचन कोट बहु मानक भरिया, जागे ज्ञान तत् लिव लईया। तस्कर हेरू आए लुकाने, गुर कै शब्द पकड़ बंद पईया। ये चोर लुटेरे जिहड़े अंदर लुके बैठे है, मैं हर हर नाम दे आधार दे नाल, बख्शिश दे नाल उन्हां नूं ऐ फड़ के नरड़ लिया, फड़ लिया उन्हां नूं। नाम अभ्यासी दा शरीर सोने वर्गा, भाव बुराइयां तो मुक्त, पवित्र हो गया, पाक हो गया। नाम रूपी मानका नाल भरिया होया शरीर अध्यात्मक ज्ञान मन नूं माया चों कढ के अकाल पुरख वाहिगुरु नाल जोड़दा है। कंचन काया वो काया जिहड़ी मुक्त हो जे। पाठ नाम जपना, पंज चोर गुप्त तौर ते बंदे दे गुण चंगियाइयां लुट रहे हर वेले, हर पल, हर घड़ी, पर केवल बंदगी करके ही पंजां तो मुक्त हो सकीदा है। बंदगी दे नाल ये संभव है। गुर कै शब्द है पकड़े बंद पईया। ये पंजां ते काबू गुरु दे शब्द नाल, भगती नाल, इबादत नाल ही पै सकदा है। मैं हर हर नाम आधार रमैया, खिन पल रह ना सकूं बिन नामे, गुरमुख हर हर पाठ पढ़ैया। अगे चलिए नंबर 4 दे उत्ते। हर हर नाम पोत बोहिथा, खेवट शब्द
गुरपार लंघैया। परमात्मा दा नाम ही जहाज है, उसदा मलाह गुरु दा शब्द है। परमात्मा दा नाम ही जहाज है, उस जहाज दा मलाह गुरु दा शब्द है। उस शब्द दा नाम अभ्यास ही माया सागर चों पार लंघा सकता है। जम जागाती नेड़ ना आवे, ना को तस्कर चोर लगैया। प्रोसेस कहते जमराज मसूलिया भी नाम अभ्यासी दे नेड़े नहीं आ सकता, ना ही पंज चोर बंदे दे गुणा नू सन ला सकते हैं। हर हर नाम, रेपिटेशन ऑफ नाम ही इस भव सागर तो पार लाने वाला जहाज है। ते अकाल पुरख वाहिगुरु दा शब्द उस जहाज दा मलाह है, जो नाम अभ्यास ही नाम अभ्यासी नू माया सागर चों पार लंघा दिंदा है। जम जागाती मौत दा दूत मसूलिया उस अभ्यासी दे नेड़े नहीं आ सकता, ना ही पंज चोर अभ्यासी दे गुणा नू लुट सकते हैं। अगे चलिए नंबर 5। हर गुण गावे सदा दिन राती, मैं हर जस कहते अंत न लिया। हुण करना की है? बेशक अभ्यासी नाम जपदा है, पर नाम जपण दे बावजूद, भगती दे बावजूद, इबादत दे बावजूद उस करते पुरख दा अंत नहीं पाया जा सकता। गुरमुख मनुआ इकत घर आवे, मिलो गोपाल। मिलो गोपाल, मिलो नासकी उच्चारण, मिलो नहीं है, किसी ਨੂੰ नहीं कह रहे मिलो, आप अपनी अवस्था दस रहे ने। गुरमुख मनुआ इकत घर आवे, मिलो गोपाल निशान बजैया। बेशक अभ्यासी नाम जपदा जपदा, इबादत करदा करदा उस अकाल पुरख दा अंत नहीं पा सकिया, लेकिन गुरमुख सिस्टम दे थ्रू नाम जप के ही अंतर्मुखी हुंदा है, मन टिकदा है, दरगाह दे विच प्रवान हुंदा है, तां फिर प्रभु मिलाप दी अवस्था बनदी है, एक मिकता बनदी है। निशान नन्ने नू औंकड़े है ही कर्मखंड दी अवस्था है। मिलो गोपाल मिलाप है, निशान बजैया। उस अवस्था दे विच अभ्यासी खेडदा है, उस अनहद धुनी दे विच जुड़ जांदा है, परमानेंट, फॉरएवर। हर गुण गावे सदा दिन राती, मैं हर जस कहते अंत न लईया। भावें नाम जपी जा रहे हैं ਉਹਦੇ ਭਾਣੇ ਦੇ ਅੰਦਰ, ਪਰ ਉਸ ਕਰਤੇ ਪੁਰਖ ਦਾ ਅੰਤ ਨਹੀਂ ਲਿਆ ਜਾ ਸਕਦਾ। ਗੁਰਮੁਖ ਸਿਸਟਮ ਦੇ ਥਰੂ, ਗੁਰਮੁਖ ਮਨੁਆ ਇਕਤ ਘਰ ਆਵੇ, ਗੁਰਮੁਖ ਸਿਸਟਮ ਦੇ ਥਰੂ ਨਾਮ ਦਾ ਅਭਿਆਸ ਕਰਕੇ ਮਨ ਅੰਤਰਮੁਖੀ ਹੁੰਦਾ ਹੈ, ਟਿਕਦਾ ਹੈ, ਤੇ ਫਿਰ ਪ੍ਰਭੂ ਦੀ ਮਿਲਾਪ ਦੀ ਅਵਸਥਾ ਬਣਦੀ ਹੈ। ਨਿਸ਼ਾਨ ਬਜਈਆ ਕਰਮਖੰਡ ਦੀ ਅਵਸਥਾ ਹੈ। ਆਪਾਂ ਐਕਸਪਲੇਨ ਕਰ ਰਹੇ ਹਾਂ ਪਿੱਛੇ ਕਰਮਖੰਡ ਦੀ ਅਵਸਥਾ ਨੂੰ। ਇਹ ਸਾਰਾ ਕੁਝ ਹੋਇਆ ਕਿੱਦਾਂ? ਕਿੱਦਾਂ ਮਨ ਟਿਕਿਆ? ਕਿੱਦਾਂ ਪ੍ਰਭੂ ਮਿਲਾਪ ਦੀ ਅਵਸਥਾ ਆਈ? ਮੈਂ ਹਰ ਹਰ ਨਾਮ ਆਧਾਰ ਰਮਈਆ, ਖਿਨ ਪਲ ਰਹਿ ਨਾ ਸਕੋ ਬਿਨ ਨਾਵੇਂ, ਗੁਰਮੁਖ ਹਰ ਹਰ ਪਾਠ ਪੜਈਆ। ਇਹ ਅਵਸਥਾ, ਇਹ ਪਿਆਰ, ਭਰੋਸਾ, ਪ੍ਰਤੀਤ, ਮੰਨਣਾ, ਕਮਿਟਮੈਂਟ ਪੈਦਾ ਕਰਨੀ ਪਊ ਅੰਦਰ। ਔਰ ਉਹਦਾ ਨਿਚੋੜ ਦੱਸ ਰਹੇ, ਖਿਨ ਪਲ ਰਹਿ ਨਾ ਸਕੋ ਬਿਨ ਨਾਵੇਂ। ਇੰਨਾ ਪਿਆਰ ਹੈ, ਇੰਨੀ ਪ੍ਰਤੀਤ ਹੈ, ਇੰਨਾ ਭਰੋਸਾ, ਇੰਨੀ ਕਮਿਟਮੈਂਟ ਹੈ ਉਸ ਸ਼ਬਦ ਦੇ ਨਾਲ।
खिन पल रह न सकूं बिन नामे, गुरमुख हर हर पाठ पढ़ैया। उस गुरमुख सिस्टम ਦੇ ਅਧੀਨ ਚੱਲ ਕੇ, ਸਿਸਟਮ ਦੇ ਵਿੱਚ ਆ ਕੇ ਨਾਮ ਅਭਿਆਸ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਬੜੀ ਜ਼ਰੂਰੀ ਹੈ। ਅੱਗੇ ਚੱਲੀਏ ਨੰਬਰ 6 ਦੇ ਉੱਤੇ। ਨੈਣੀ ਦੇਖ ਦਰਸ ਮਨ ਤ੍ਰਿਪਤੈ, श्रवण बाणी गुर शब्द सुनैया। नाम अभ्यास करदियां करदियां जदों शब्द सुनना शुरू हुंदा, सुने सिद्ध पीर सुनाथ, सुने धर धवल आकाश, सुने दीप लो पाताल, सुने पोए न सके काल। ये संगत च बह के गुरबाणी दा सुनना नहीं है, ये सुनना है अंतर्मुखी। जदों मन हो गया, जदों मन टिक गया, वो ब्रह्मंडी धुनी नाम दा अभ्यास रसना दे नाल करदियां करदियां ऐसी विध बनदी है कि वो ब्रह्मंडी धुनी ਕੰਨਾਂ ਦੇ ਵਿੱਚ ਵੱਜਣੀ ਸ਼ੁਰੂ ਹੋ ਜਾਂਦੀ ਹੈ। नैनी देख दर्श मन तृप्तै, श्रवण बाणी गुर शब्द सुनैया। नाम अभ्यास करदियां करदियां जदों शब्द सुनना शुरू हुंदा है, मन जिहड़ा है वो संतोख पूर्ण सहज अवस्था विच चला जाता है। ते एहो प्रभु मिलाप दी निशानी है। सुन सुन के मन आनंद च भिज के प्रभु दी नेड़ता महसूस करता है। जप जप के शब्द सुनना शुरू हुंदा है। सुन सुन आत्म देव है भीने, रस रस राम गोपाल रवैया। सुन सुन के मन आनंद च भिजदा है, उस अकाल पुरख वाहिगुरु दी नेड़ता महसूस करता है। और ओही अमृत दी अवस्था है, ओही अमृत दी स्टेट ऑफ माइंड है। वो मनुखी आत्मा अकाल पुरख रूपी अमृत दे नाल मिल के गद गद हो जाती है। ते गद गद होके करदी की है? अकाल पुरख दे नाम दा उच्चारण, रस रस राम गोपाल रवैया। सुन सुन के मन आनंद चाहुंदा है, अकाल पुरख दी नेड़ता महसूस करदा है। दर्श दी अवस्था तक मन तृप्त होने तो बाद किदां पहुंचांगे? किदां ये गुरु दा शब्द साडे श्रवणां दे अंदर प्रगट होऊगा? किदां आत्मदेव भिजेगा? किदां रस रस राम गोपाल रवैया होएगा? इक्को गल, मैं हर हर नाम आधार रमैया, खिन पल रह न सकूं बिन नामे, गुरमुख हर हर पाठ पढ़ैया। आगे चलिए। त्रै गुण माया मोह व्यापे, तुरिया गुण है गुरमुख लहिया। इत्थे फिर एक बड़ी इंपॉर्टेंट गल, जिवें आपां अनदिन फाइंड आउट किया कि अज दा दिन और कल दा दिन, ये फिर रैपीटिशन है। कल 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 होर, नित 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 उठ गावो अकाल पुरख दे नाम दे गुण, नित उठ गावो प्रभ की बाणी। अकाल पुरख वाली बाणी, जिहड़ी नाम अभ्यास वाली बाणी, जिहड़ा गुरमुख हर हर पाठ पढ़ैया। सो इस चीज नूं बड़े बड़े ठरम्मे दे नाल, आराम दे नाल पढ़ना और इहदे चों हीरे मोती चुगने हैं। अगे हुण चलदे हां नंबर 7 दे उत्ते। त्रै गुण माया मोह व्यापे, तुरिया गुण है गुरमुख लईया। माया नूं मोह करन वाले, रजो तमो सतो वाली बिरती वाले हुंदे ने। पर
तुरिया अवस्था केवल गुरमुख सिस्टम के थ्रू बंदगी करके ही मिलती है। त्रै गुण माया मोह व्यापे, तिन्ना गुणा दे विच जिहड़े ने ओही माया दे विच रचे हुए होणगे, पर गुरमुख सिस्टम के थ्रू बंदगी करके तुरिया गुण की अवस्था मिलती है। हुण तुरिया गुण की चीज है? तुरिया अवस्था सतगुर ते हर जान, तीन अवस्था करे वख्यान। जो भी इनू खोलते है इस चीज नू, मन दियां तीन अवस्था दसदे है, तीन हालात दसदे है। तुरिया अवस्था सतगुर ते हर जान, पर जिस अवस्था दे विच जीव आत्मा परमात्मा दे नाल एक रूप हो जाती है, वह बयान नहीं की जा सकती। गुरु दी शरण च आके परमात्मा दे नाल डूंगी सांझ पाउणी ही तुरिया अवस्था है। वो हालात जदों जीव आत्मा परमात्मा एक रूप हो जाते हैं, जदों जिंद जिहड़ी आ अकाल पुरख च लीन हो जाती है, जिउंदे जी चारे वेद जिहड़े आ त्रैगुणी संसार का जिक्र करते हैं। उसे त्रैगुण संसार नाल ही हित करदा बंदा, जमदा मरदा है। ऐसे मनुख मन दियां तीन अवस्थावां बारे जानते, जिस अवस्था विच जीवात्मा परमात्मा नाल एक रूप हुंदी है, वह बयान नहीं की जा सकती। त्रै गुण माया मोह व्यापे, तुरिया गुण है गुरमुख लहिया। पर तुरिया गुण वो अवस्था जिथे अकाल पुरख वाहिगुरु नाल मेल हुंदा, वो गुरमुख सिस्टम के अधीन होके ही हासिल की जा सकती है। चौथा पद का जिक्र आएगा, तुरिया अवस्था का जिक्र आएगा। ये सब कर्मखंड दी अवस्थावां ने, कर्मखंड दे है ही कर्मखंड है। मैं फिर एक बारी रिपीट करदा, त्रै गुण माया मोह व्यापे, जिहड़े माया नू मोह करन वाले रजो तमो सतो बिरती वाले मनुख होणगे, वो बंदगी नहीं कर सकते। पर तुरिया अवस्था गुरमुख सिस्टम के थ्रू बंदगी करन दे बाद मिल सकती है। एक दृष्ट सब सम कर जाने, नदरी आवे सब ब्रह्म पसरैया। अकाल पुरख दे गुरप्रसाद वाला जीव सारी लोकाई नू इको जिहा समझदा है, क्योंकि ब्रह्म पसारा रब दा सरगुण स्वरूप ही है। वो सब अंदर उस अकाल पुरख वाहिगुरु नू वेखदा है। एक दृष्ट सब सम कर जाना है, उसलिए कोई फर्क नहीं हुंदा। इउं है जिवें सूरज की किरण एक संत ते भी उन्नी पैंदी है और एक चोर ते भी उन्नी पैंदी है। एक गुलाब दे फुल ते भी उन्नी पैंदी है, एक गंद दे ढेर ते भी उन्नी पैंदी है। एक दृष्ट सब सम कर जाना, नदरी आवे सब ब्रह्म पसरैया। हुण त्रै गुण माया दे विचों किद्दां निकलिया जावे, किद्दां तुरिया अवस्था दी प्राप्ति की जावे, किद्दां ये प्रवृत्ति बने कि एक दृष्ट सब सम कर जाना है, किद्दां ये प्रवृत्ति बने कि सारियां दे विच उस अकाल पुरख वाहिगुरु दा वासा है, वरत रहा है। मैं हर हर नाम आधार रमैया, खिन पल रह ना सकूं बिन नामे, गुरमुख हर हर पाठ पढ़ैया।
ਨਾਮ ਦਾ ਅਭਿਆਸ ਕਰਨਾ ਪਊ। ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਜ਼ਿੰਦਗੀ ਦੇ ਵਿੱਚ ਭਾਵੇਂ ਲੱਖ ਪਾਠ ਕਰ ਲਓ, ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਨਾ ਤੁਰਿਆ ਗੁਣ ਦਾ ਪਤਾ ਲੱਗਣਾ, ਨਾ ਇਸ ਘਰ ਦਾ ਪਤਾ ਲੱਗਣਾ, ਨਾ ਇਸ ਘਰ ਦੇ ਵਿੱਚ ਲੁਕੇ ਹੋਏ ਹੀਰੇ ਮੋਤੀ ਲੱਭਣੇ ਨੇ। ਇਸ ਵਾਸਤੇ ਨਾਮ ਜਪਣਾ, ਇਬਾਦਤ, ਭਗਤੀ, ਇਹ ਸਾਰੀਆਂ ਚੋਂ ਲੰਘਣਾ ਪਊ। ਅੱਗੇ ਚੱਲੀਏ, ਨੰਬਰ 8 ਦਾ ਪਦਾ ਲਾਸਟ। ਰਾਮ ਨਾਮ ਹੈ ਜੋਤ ਸਬਾਈ, ਗੁਰਮੁਖ ਆਪੇ ਅਲਖ ਲਖਈਆ। ਅਕਾਲ ਪੁਰਖ ਦਾ ਅਨਹਦ ਸ਼ਬਦ ਸਾਰੀ ਸ੍ਰਿਸ਼ਟੀ ਵਿੱਚ ਨਿਰੰਤਰ ਵੱਜ ਰਿਹਾ ਹੈ। ਪਰ ਜੇ ਗੁਰਮੁਖ ਸਿਸਟਮ ਰਾਹੀਂ ਬੰਦਗੀ ਕਰਾਂਗੇ ਤਾਂ ਅਕਾਲ ਪੁਰਖ ਦੀ ਮਿਹਰ ਦੁਆਰਾ, ਨਦਰ ਦੁਆਰਾ, ਦ੍ਰਿਸ਼ਟੀ ਦੁਆਰਾ, ਗੁਰਪ੍ਰਸਾਦ ਦੁਆਰਾ ਉਸ ਦਾ ਅਹਿਸਾਸ ਅਵਸ਼ ਹੋਏਗਾ। ਰਾਮ ਨਾਮ ਹੈ ਜੋਤ ਸਬਾਈ, ਗੁਰਮੁਖੇ ਆਪੇ ਅਲਖ ਲਖਈਆ। ਉਸ ਅਕਾਲ ਪੁਰਖ ਦੀ ਲਾਈਟ ਸਭ ਅੰਦਰ ਹੈ, ਜੋਤ ਸਾਰੇ ਅੰਦਰ ਹੈ। ਤੇ ਗੁਰਮੁਖ ਸਿਸਟਮ ਦੇ ਜ਼ਰੀਏ ਅਭਿਆਸੀ ਉਸ ਅਦ੍ਰਿਸ਼ਟ ਅਕਾਲ ਪੁਰਖ ਨੂੰ ਵੇਖ ਲੈਂਦਾ ਹੈ। ਪ੍ਰਭੂ ਦਾ ਅਨਹਦ ਸ਼ਬਦ ਸਾਰੀ ਸ੍ਰਿਸ਼ਟੀ ਵਿੱਚ ਵੱਜ ਰਿਹਾ ਹੈ। ਬੰਦਗੀ ਕਰੀਏ, ਉਹਦੀ ਕਿਰਪਾ ਦੇ ਪਾਤਰ ਬਣੀਏ ਤੇ ਉਸ ਦੀ ਹੋਂਦ ਦਾ ਅਹਿਸਾਸ ਮਹਿਸੂਸ ਕਰੀਏ। ਨਾਨਕ ਦੀਨ ਦਿਆਲ ਭਏ ਹੈ। ਜਦੋਂ ਦਿਆਲ ਪ੍ਰਭੂ ਗੁਰਪ੍ਰਸਾਦ ਕਰਦਾ ਹੈ, ਭਏ, ਭਏ ਦਾ ਮਤਲਬ ਹੀ ਗੁਰਪ੍ਰਸਾਦ ਹੈ। ਜਦੋਂ ਦਿਆਲ ਪ੍ਰਭੂ ਗੁਰਪ੍ਰਸਾਦ ਕਰਦਾ ਹੈ ਤਾਂ ਅਭਿਆਸੀ ਭਗਤੀ ਕਰਦਾ ਕਰਦਾ ਅਕਾਲ ਪੁਰਖ ਨਾਲ ਇੱਕ ਮਿਕ ਹੋ ਜਾਂਦਾ ਹੈ। ਨਾਨਕ ਦੀਨ ਦਿਆਲ ਪਏ ਹੈ, ਭਗਤ ਪਾਏ ਹਰ ਨਾਮ ਸਮਈਆ। ਇੱਕ ਮਿਕ ਹੋ ਜਾਂਦਾ ਉਸ ਅਕਾਲ ਪੁਰਖ ਦੇ ਨਾਲ। ਅੱਠੋ ਪੈਰ ਇੱਕ ਤਹਿ ਲਿਵੈ, ਉਹ ਅਵਸਥਾ ਬਣ ਜਾਂਦੀ ਹੈ। ਜਦੋਂ ਇਹ ਅਵਸਥਾ ਤਾਂ ਬਣਨੀ ਹੈ ਜਦੋਂ ਉਹ ਭਗਤੀ ਭਾ ਗਈ ਵਾਹਿਗੁਰੂ ਨੂੰ। ਨਾਨਕ ਦੀਨ ਦਿਆਲ ਭਏ ਹੈ, ਭਗਤ ਪਾਏ ਹਰ ਨਾਮ ਸਮਈਆ। ਜਦੋਂ ਭਾ ਗਈ ਤੇ ਉਹ ਫਿਰ ਅਭਿਆਸੀ ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਰਾਮ ਨਾਮ ਹੈ ਜੋਤ ਸਬਾਈ, ਗੁਰਮੁਖ ਆਪੇ ਅਲਖ ਲਖਈਆ। ਇਹ ਉਹੀ ਜੋਤ ਹੈ ਜਿਹਦਾ ਆਪਾਂ ਸ਼ੁਰੂ ਚ ਜ਼ਿਕਰ ਕੀਤਾ ਸੀ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ। ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਓਤ ਪੋਤ। ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਵਣ ਸਰੋਤ। ਜਨ ਨਾਨਕ ਨਾਮ ਸਲਾਹੇ ਤੂੰ, ਸੱਚ ਸੱਚੇ ਸੇਵਾ ਤੇਰੀ ਹੋਤ। ਇਸ ਤਰ੍ਹਾਂ ਜਦੋਂ ਡੈਡੀਕੇਸ਼ਨ ਦੇ ਨਾਲ, ਸਰੈਂਡਰ ਦੇ ਨਾਲ ਨਾਮ ਦਾ ਅਭਿਆਸ ਕਰਾਂਗੇ, ਨਾਮ ਦੀ ਸੇਵਾ ਕਰਾਂਗੇ, ਤਾਂ ਇਹ ਸੇਵਾ ਪ੍ਰਭੂ ਅਕਾਲ ਪੁਰਖ ਦੇ ਦਰ ਤੇ ਕਬੂਲ ਹੋਏਗੀ। ਕਿੱਦਾਂ ਪਤਾ ਲੱਗੇ ਰਾਮ ਨਾਮ ਦੀ ਜੋਤ ਸਬਾਈ, ਗੁਰਮੁਖ ਆਪੇ ਲਖ ਲਖਈਆ? ਕਿੱਦਾਂ ਪਤਾ ਲੱਗੇ ਉਹਦੇ ਅਕਾਲ ਪੁਰਖ ਦਿਆਲ ਦੇ ਗੁਰਪ੍ਰਸਾਦ ਦਾ? ਕਿੱਦਾਂ ਪਤਾ ਲੱਗੇ ਵੀ ਉਹਦੇ ਚ ਸਮਾਉਣਾ ਹੈ ਜਾ ਕੇ? ਮੈਂ ਹਰ ਹਰ ਨਾਮ ਆਧਾਰ ਰਮਈਆ, ਖਿਨ ਭਲ ਰਹਿ ਨਾ ਸਕੂੰ ਬਿਨ ਨਾਵੇਂ, ਗੁਰਮੁਖ ਹਰ ਹਰ ਪਾਠ ਪੜਈਆ। ਨਾਮ ਨੂੰ ਮੰਨਣਾ ਪਊ, ਪ੍ਰਤੀਤ ਕਰਨੀ ਪਊ, ਭਰੋਸਾ ਕਰਨਾ ਪਊ,
ਇਹਦਾ ਅਭਿਆਸ ਕਰਨਾ ਪਊ ਤਾਂ ਜੋ ਅਭਿਆਸ ਕਰਦੇ ਕਰਦੇ ਸਾਡੀ ਵੀ ਇਹ ਅਵਸਥਾ ਬਣੇ ਵੀ ਇੱਕ ਪਲ ਵੀ, ਇੱਕ ਰੱਤੀ ਭਰ ਵੀ ਨਾਮ ਤੋਂ ਬਿਨਾਂ ਰਹਿ ਨਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।